ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ ਗੌੜੀ ਕੀ ਵਾਰ ਮਹੱਲੇ ਚੌਥੇ ਦੇ 33ਵੇਂ ਸ਼ਬਦ ਦੀ ਵਾਰੀ ਹੈ ਜੀ, ਜੋ ਕਿ ਗੌੜੀ ਕੀ ਵਾਰ ਮਹੱਲੇ ਚੌਥਾ ਦਾ ਅਖੀਰਲਾ ਅੰਤਵਾਂ ਸ਼ਬਦ ਹੈ ਜੀ। ਗੌੜੀ ਕੀ ਵਾਰ ਮਹੱਲਾ ਚੌਥਾ, ਸ਼ਲੋਕ ਮਹੱਲਾ ਤੀਜਾ। ਗੁਰਮੁਖ ਗਿਆਨ ਵਿਵੇਕ ਬੁੱਧ ਹੋਏ, ਹਰ ਗੁਣ ਗਾਵੇ ਹਿਰਦੇ ਹਾਰ ਪਰੋਏ। ਪਵਿੱਤ ਪਾਵਨ ਪਰਮ ਵਿਚਾਰੀ, ਜੇ ਉਸ ਮਿਲੇ ਤਿਸ ਪਾਰ ਉਤਾਰੀ। ਅੰਤਰ ਹਰ ਨਾਮ ਬਾਸਨਾ ਸਮਾਣੀ, ਹਰ ਦਰ ਸੋਭਾ ਮਹਾ ਉੱਤਮ ਬਾਣੀ। ਜੇ ਪੁਰਖ ਸੁਣੇ ਸੋ ਹੋਏ ਨਿਹਾਲ, ਨਾਨਕ ਸਤਿਗੁਰ ਮਿਲੀਏ ਪਾਇਆ ਨਾਮ ਧਨ ਮਾਲ। ਮਹੱਲਾ ਚੌਥਾ। ਸਤਿਗੁਰ ਕੇ ਜੀ ਕੀ ਸਾਰ ਨ ਜਾਪੇ, ਕੇ ਪੂਰੇ ਸਤਿਗੁਰ ਭਾਵੈ। ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਜੋ ਸਿੱਖਾਂ ਨੂੰ ਲੋਚੇ ਸੋ ਗੁਰ ਖੁਸ਼ੀ ਆਵੇ। ਸਤਿਗੁਰ ਆਖੇ ਸੋ ਕਾਰ ਕਮਾਵਨ, ਸੋ ਜਪ ਕਮਾਵੇ ਗੁਰਸਿੱਖਾਂ ਕੀ ਕਾਲ। ਸੱਚਾ ਥਾਇ ਪਾਵੈ। ਵਿਣ ਸਤਿਗੁਰ ਕੇ ਹੁਕਮੇ, ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ। ਤਿਸ ਗੁਰਸਿੱਖ ਫਿਰ ਨੇੜ ਨ ਆਵੈ। ਗੁਰ ਸਤਿਗੁਰ ਅੱਗੇ ਕੋ ਜੀਓ ਲਾਏ ਘਾਲੇ, ਤਿਸ ਅੱਗੇ ਗੁਰਸਿੱਖ ਕਾਰ ਕਮਾਵੇ। ਜੇ ਠੱਗੀ ਆਵੇ ਠੱਗੀ ਉੱਠ ਜਾਏ, ਤਿਸ ਨੇੜੇ ਗੁਰਸਿੱਖ ਮੂਲ ਨ ਆਵੈ। ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ, ਜੇ ਵਿਣ ਸਤਿਗੁਰ ਮਨ ਮੰਨੇ ਕੰਮ ਕਰਾਏ। ਸੋ ਜੰਤ ਮਹਾ ਦੁਖ ਪਾਵੇ ਪੌੜੀ, ਤੂੰ ਸੱਚਾ ਸਾਬ ਅਤ ਵੱਡਾ। ਤੂੰ ਜੇ ਵਡ ਤੂੰ ਵਡ ਵੱਡੇ, ਜਿਸ ਤੂੰ ਮੇਲੇ ਸੋ ਦੁੱਧ ਮਿਲੇ। ਤੂੰ ਆਪੇ ਬਖਸ਼ ਲਏ ਲੇਖਾ ਛੱਡੇ, ਜਿਸਨੂੰ ਤੂੰ ਆਪ ਮਿਲਾਏ ਦਾ। ਸੋ ਸਤਿਗੁਰ ਸੇਵੇ ਮਨ ਗੱਡ ਗੱਡੇ। ਤੂੰ ਸੱਚਾ ਸਾਹਿਬ ਸੱਚ ਤੂੰ, ਸਭ ਜਿਉ ਪਿੰਡ ਚੰਮ ਤੇਰਾ ਹੱਡੇ। ਜਿਉ ਪਾਵੇ ਤਿਉ ਰੱਖ ਤੂੰ ਸੱਚਿਆ, ਨਾਨਕ ਮਨ ਆਸ ਤੇਰੀ ਵੱਡ ਵੱਡੇ। ਤੂੰ ਸੱਚਾ ਸਾਹਿਬ ਸੱਚ ਤੂੰ, ਸਭ ਜਿਉ ਪਿੰਡ ਚੰਮ ਤੇਰਾ ਹੱਡੇ। ਜਿਉ ਪਾਵੇ ਤਿਉ ਰੱਖ ਤੂੰ ਸੱਚਿਆ, ਨਾਨਕ ਮਨ ਆਸ ਤੇਰੀ ਵੱਡ ਵੱਡੇ। ਪਹਿਲਾ ਸ਼ਲੋਕ ਸ੍ਰੀ ਗੁਰੂ ਰਾਮਦਾਸ ਜੀ ਦਾ ਹੈ ਜੀ, ਜਿਸ ਵਿੱਚ ਉਹਨਾਂ ਨੇ ਗੁਰਮੁਖਾਂ ਦੇ ਚਿੰਨ੍ਹ ਲੱਛਣ ਦੱਸੇ ਹਨ ਜੀ। ਗੁਰੂ ਜੀ ਕਹਿੰਦੇ ਹਨ, ਗੁਰਮੁਖ ਜੀਵੜੇ ਦਾ ਹਿਰਦਾ ਗੁਰਸ਼ਬਦ ਗੁਰਬਾਣੀ ਨਾਮ ਦੀ ਸੁਗੰਧੀ ਨਾਲ ਪ੍ਰਫੁੱਲਿਤ ਰਹਿੰਦਾ ਹੈ ਜੀ, ਆਨੰਦ ਵਿੱਚ ਰਹਿੰਦਾ ਹੈ ਜੀ। ਅਤੇ ਜਿਹੜੀ ਉਹਨਾਂ ਦੀ ਸੰਗਤ ਕਰਦੇ ਹਨ, ਉਹ ਵੀ ਨਿਹਾਲ ਹੋ ਜਾਂਦੇ ਹਨ ਜੀ। ਅਤੇ ਦੂਸਰਾ ਸ਼ਲੋਕ ਅਤੇ ਪੌੜੀ ਸ੍ਰੀ ਗੁਰੂ ਰਾਮਦਾਸ ਜੀ ਦੇ ਰਚਿਤ ਹਨ ਜੀ। ਅਤੇ ਉਹ ਆਪ ਫਰਮਾਉਂਦੇ ਹਨ ਜੀ ਕਿ ਸਤਿਗੁਰੂ ਜੀ ਦੇ ਹਿਰਦੇ ਦੀ ਗੱਲ ਸਤਿਗੁਰੂ ਆਪ ਹੀ ਜਾਣਦੇ ਹਨ ਜੀ। ਦੂਜਾ ਕੋਈ ਮਨੁੱਖ ਉਸ ਦੀ ਸੋਝੀ ਨਹੀਂ ਪਾ ਸਕਦਾ ਜੀ। ਹਾਂ, ਇਹ ਗੱਲ ਸੱਚੀ ਹੈ ਜੀ ਕਿ ਸੱਚੇ ਗੁਰਮੁਖਾਂ ਦੇ ਹਿਰਦੇ ਅੰਦਰ ਸਤਿਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਵਰਤਦਾ ਹੈ ਜੀ, ਵਸਦਾ ਹੈ ਜੀ। ਉਹਨਾਂ ਗੁਰਮੁਖਾਂ ਦੀ ਵੀ ਗੁਰੂਆਂ ਦੀ ਦੱਸੀ ਹੋਈ ਕਾਰ, ਜੋ ਕਿ ਗੁਰਸ਼ਬਦ ਗੁਰਬਾਣੀ ਨਾਮ ਹੈ, ਉਹ ਆਪਣਾ ਤਨ ਮਨ ਲਾ ਕੇ ਕਮਾਉਂਦੇ ਹਨ ਜੀ। ਕਿਸੇ ਨਾਲ ਠੱਗੀ ਫਰੇਮ ਨਹੀਂ ਕਰਦੇ ਸੀ। ਅਤੇ ਪੌੜੀ ਵਿੱਚ ਉਹ ਗੁਰੂ ਜੀ ਦੱਸਦੇ ਹਨ ਕਿ ਸੱਚੇ ਸਾਹਿਬ ਦੇ ਉਸਤਤੀ ਕਰਨੀ ਇਹ ਬਹੁਤ ਘੱਟ ਹੈ ਜੀ, ਕਿਉਂਕਿ ਉਸ ਦੀ ਉਸਤਤ ਅਸੀਂ ਕਰ ਹੀ ਨਹੀਂ ਸਕਦੇ। ਪਰ ਨਿਮਰਤਾ ਸਹਿਤ ਜੋਦੜੀ ਅਰਦਾਸ ਕਰਨੀ ਹਨ ਜੀ। ਸੋ ਪਹਿਲੇ ਸ਼ਲੋਕ ਵਿੱਚ ਗੁਰੂ ਜੀ ਦੱਸਦੇ ਹਨ, ਗੁਰਮੁਖ ਸਾਧਕ ਦੇ ਹਿਰਦੇ ਵਿੱਚ ਵਿਵੇਕ ਬੁੱਧੀ ਵਾਲਾ ਗਿਆਨ ਹੁੰਦਾ ਹੈ ਜੀ। ਅਤੇ ਉਹ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣਗਾਨ ਕਰਦੇ ਹਨ ਜੀ। ਅਤੇ ਪਰਮੇਸ਼ਰ ਹਰ ਦੇ ਗੁਣਾ ਰੂਪੀ ਹਾਰ ਜੋ ਕਿ ਗੁਰਸ਼ਬਦ ਗੁਰਬਾਣੀ ਨਾਮ ਹੈ ਜੀ, ਆਪਣੇ ਹਿਰਦੇ ਵਿੱਚ ਪਰੋਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਗੁਰਮੁਖ ਪਵਿੱਤਰ, ਪੁਨੀਤ ਅਤੇ ਸ੍ਰੇਸ਼ਟ ਵਿਚਾਰਵਾਨ ਹੁੰਦੇ ਹਨ ਜੀ। ਜੋ ਮਨੁੱਖ ਵੀ ਉਹਨਾਂ ਨੂੰ ਮਿਲਦਾ ਹੈ ਜੀ,
ਭਾਵ ਉਹਨਾਂ ਦੀ ਸੰਗਤ ਕਰਦਾ ਹੈ ਜੀ, ਉਹ ਵੀ ਇਸ ਸੰਸਾਰ ਭਾਵ ਸਾਗਰ ਤੋਂ ਪਾਰ ਲੰਘ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੀ ਸੁਗੰਧ ਵਾਸਨਾ ਸਮਾਈ ਹੁੰਦੀ ਹੈ ਜੀ, ਕਿਉਂਕਿ ਗੁਰਸ਼ਬਦ ਗੁਰਬਾਣੀ ਨਾਂ ਦੀ ਖਾਤਰ ਉਹਨਾਂ ਦੇ ਅੰਦਰੋਂ ਤਮਾਮ ਵਾਸ਼ਨਾਵਾਂ ਤ੍ਰਿਸ਼ਨਾਵਾਂ ਵਿਕਾਰ ਖਤਮ ਹੋ ਗਈਆਂ ਹੁੰਦੀਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਮਨੁੱਖ ਉਹਨਾਂ ਦੀ ਗੁਰਸ਼ਬਦ ਗੁਰਬਾਣੀ ਨਾਮ ਨੂੰ ਸੁਣਦਾ ਹੈ ਜੀ, ਉਹ ਵੀ ਨਿਹਾਲ ਹੋ ਜਾਂਦੇ ਹਨ ਜੀ, ਉਹ ਵੀ ਤਰ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਨੇ ਸਤਿਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਮਿਲਣ ਨਾਲ ਗੁਰਸ਼ਬਦ ਗੁਰਬਾਣੀ ਨਾਮ ਰੂਪ ਧਨ ਮਾਲ ਪ੍ਰਾਪਤ ਕੀਤਾ ਹੈ ਜੀ। ਫਿਰ ਦੂਸਰੇ ਸਲੋਕ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਸਤਿਗੁਰਾਂ ਦੇ ਹਿਰਦੇ ਦੀ ਮਨਸ਼ਾ ਭਾਵ ਸਾਰ ਦਾ ਬੋਧ ਕੋਈ ਨਹੀਂ ਕਰ ਸਕਦਾ ਜੀ, ਕਿ ਪੂਰੇ ਸਤਿਗੁਰ ਨੂੰ ਕੀ ਭਾਉਂਦਾ ਹੈ ਜੀ, ਕੀ ਚੰਗਾ ਲੱਗਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਸਤਿਗੁਰਾਂ ਦੇ ਗੁਰਮੁਖਾਂ ਦੇ ਹਿਰਦੇ ਅੰਦਰ ਸਤਿਗੁਰ ਰੂਪ ਗੁਰਸ਼ਬਦ ਗੁਰਬਾਣੀ ਨਾਮ ਵਰਤਦਾ ਹੈ ਜੀ। ਜੋ ਗੁਰਮੁਖ ਜਗਿਆਸੂ ਉਹਨਾਂ ਗੁਰਮੁਖਾਂ ਨੂੰ ਮਿਲਣ ਦੀ ਲੋਚਾ ਰੱਖਦੇ ਹਨ ਜੀ, ਆਸ ਰੱਖਦੇ ਹਨ ਜੀ, ਉਹ ਗੁਰੂ ਦੀ ਖੁਸ਼ੀ ਦੇ ਘੇਰੇ ਵਿੱਚ ਆ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਇਸ ਪ੍ਰਕਾਰ ਦੇ ਗੁਰਮੁਖ ਜਗਿਆਸੂਆਂ ਨੂੰ ਜੋ ਸਤਿਗੁਰ ਅਥਵਾ ਉਹੀ ਕਾਰ ਕਮਾਉਂਦੇ ਹਨ ਜੀ, ਜੋ ਭਾਵ ਉਹ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਸਤਿਗੁਰ ਦੇ ਭਾਣੇ ਵਿੱਚ ਰਹਿੰਦੇ ਹਨ ਜੀ। ਉਹ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪਣ ਦੀ ਕਾਰ ਕਮਾਈ ਕਰਦੇ ਹਨ ਜੀ। ਇਸ ਪ੍ਰਕਾਰ ਦੇ ਗੁਰਮੁਖਾਂ ਦੀ ਕਾਲ ਕਮਾਈ ਸਤ ਸਰੂਪ ਪਰਮੇਸ਼ਰ ਪ੍ਰਵਾਨ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਬਿਨਾਂ ਸਤਿਗੁਰ ਦੇ ਹੁਕਮ ਦੇ ਜੋ ਮਨੁੱਖ ਬਦੋ ਬਦੀ ਗੁਰਮੁਖਾਂ ਪਾਸੋਂ ਹੋਰ ਤਰ੍ਹਾਂ ਦੇ ਕੰਮ ਕਰਾਉਂਦੇ ਹਨ ਜੀ, ਉਹਨਾਂ ਦੇ ਨੇੜੇ ਉਹ ਗੁਰਮੁਖ ਨਹੀਂ ਲੱਗਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਸਤਿਗੁਰੂ ਅੱਗੇ ਦਿਲੋਂ ਆਪਣਾ ਜੀ ਜਾਨ ਲਗਾ ਕੇ ਗੁਰਸ਼ਬਦ ਗੁਰਬਾਣੀ ਨਾਮ ਦੀ ਘਾਲਣਾ ਘਾਲਦੇ ਹਨ ਜੀ, ਭਾਵ ਸੇਵਾ ਕਰਦੇ ਹਨ ਜੀ। ਉਹਨਾਂ ਗੁਰਮੁਖਾਂ ਅੱਗੇ ਖੁਸ਼ ਹੋ ਕੇ ਗੁਰਸ਼ਬਦ ਗੁਰਬਾਣੀ ਨਾਮ ਦੀ ਹੋਰ ਸਿੱਖ ਵੀ ਕਾਰ ਕਮਾਈ ਕਰਦੇ ਹਨ ਜੀ, ਉਹਨਾਂ ਦੇ ਨਾਲ ਲੱਗਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਜੋ ਮਨੁੱਖ ਠੱਗੀ ਕਾਰਨ ਆਉਂਦਾ ਹੈ ਅਤੇ ਠੱਗੀ ਦੀ ਭਾਵਨਾ ਦੇ ਨਾਲ ਹੀ ਉੱਠ ਕੇ ਚਲਾ ਜਾਂਦਾ ਹੈ, ਭਾਵ ਠੱਗੀ ਦਾ ਜੀਵਨ ਬਤੀਤ ਕਰਦਾ ਹੈ ਅਤੇ ਉਸੇ ਵਿੱਚ ਹੀ ਮਰ ਖਪ ਜਾਂਦਾ ਹੈ, ਉਸ ਦੇ ਨੇੜੇ ਗੁਰਮੁਖ ਬਿਲਕੁਲ ਨਹੀਂ ਲੱਗਦੇ ਜੀ। ਫਿਰ ਗੁਰੂ ਜੀ ਕਹਿੰਦੇ ਨੇ ਇਹ ਬ੍ਰਹਮ ਵਿਚਾਰ ਗੁਰੂ ਨਾਨਕ ਕਹਿ ਕੇ ਸੁਣਾ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਨੁੱਖ ਬਿਨਾਂ ਸਤਿਗੁਰ ਦੇ ਮਨ ਅੰਤਰ ਨੂੰ ਭਾਵ ਗੁਰਸ਼ਬਦ ਗੁਰਬਾਣੀ ਨਾਮ ਬਿਨਾਂ ਖੁਸੂਸੀ ਇਹ ਨਹੀਂ ਜਾਣ ਸਕਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖਾਂ ਤੋਂ ਗੁਰਸ਼ਬਦ ਗੁਰਬਾਣੀ ਨਾਮ ਦਾ ਕੰਮ ਸਤਿਗੁਰ ਰੂਪ ਪਰਮੇਸ਼ਰ ਕਰਵਾਉਂਦਾ ਹੈ ਜੀ। ਜੋ ਉਹਨਾਂ ਗੁਰਮੁਖਾਂ 'ਤੇ ਜੋ ਮਨੁੱਖ ਉਹਨਾਂ ਗੁਰਮੁਖਾਂ 'ਤੇ ਜ਼ਬਰਦਸਤੀ ਕਰਦੇ ਹਨ ਜੀ, ਉਹ ਜੀ ਮਨੁੱਖ ਬਹੁਤ ਦੁੱਖ ਪਾਉਂਦੇ ਹਨ ਜੀ। ਫਿਰ ਪੌੜੀ 'ਚ ਗੁਰੂ ਜੀ ਕਹਿੰਦੇ ਹਨ ਕਿ ਹੇ ਵੱਡਿਆਂ ਤੋਂ ਵੱਡੇ ਪਰਮੇਸ਼ਰ, ਤੂੰ ਅਤ ਵੱਡਾ ਸੱਚਾ ਸਾਹਿਬ ਹੈ ਜੀ, ਅਤੇ ਤੇਰੇ ਜਿਤਨਾ ਵੱਡਾ ਹੋਰ ਕੋਈ ਸਤਾ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਤੂੰ ਆਪਣੇ ਨਾਲ ਮਿਲਾਉਂਦਾ ਹੈ ਜੀ, ਉਹੀ ਤੈਨੂੰ ਮਿਲਦਾ ਹੈ ਜੀ। ਭਾਵ ਜਿਹੜੇ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨਾਲ ਲੱਗੇ ਹੋਏ ਹਨ,
ਜੇ ਤੁਹਾਡੀ ਨਜ਼ਰ ਕਿਰਪਾ ਉਹਨਾਂ 'ਤੇ ਹੋਵੇ ਤਾਂ ਹੀ ਉਹ ਤੁਹਾਡੇ ਨਾਲ ਮਿਲਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਤੁਸੀਂ ਆਪ ਹੀ ਉਹਨਾਂ ਦੇ ਕਰਮਾਂ ਦਾ ਲੇਖਾ ਖਤਮ ਕਰਕੇ ਆਪ ਹੀ ਉਹਨਾਂ ਨੂੰ ਬਖਸ਼ ਲੈਂਦੇ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਨੂੰ ਤੂੰ ਆਪ ਪਰਮੇਸ਼ਰ ਰੂਪ ਸਤਿਗੁਰੂ ਨਾਲ ਮਿਲਾਉਂਦਾ ਹੈ ਜੀ, ਉਹ ਹੀ ਮਨ ਲਗਾ ਕੇ ਸਤਿਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਦੀ ਸੇਵਾ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਤੂੰ ਸੱਚਾ ਸਾਹਿਬ ਹੈ ਜੀ, ਸੀ ਜੀ, ਅਤੇ ਪਿੱਛੇ ਵੀ ਤੂੰ ਸੱਚਾ ਸਾਹਿਬ ਸੀ, ਹੁਣ ਵੀ ਹੈ ਜੀ, ਅਤੇ ਅੱਗੇ ਵੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਤੂੰ ਸਤ ਸਰੂਪ ਸੱਚ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੀਵ ਦੀ ਸਭ, ਇਸ ਜੀਵ ਦੀ, ਸਾਡੇ ਸਾਰਿਆਂ ਦੀ ਜਿੰਦ, ਸਰੀਰ, ਚੰਮ, ਹੱਡ, ਮਾਸ, ਸਭ ਕੁਝ ਉਸ ਪਰਮੇਸ਼ਰ ਦੀ ਦੇਣ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਸੱਚੇ ਪਾਤਸ਼ਾਹ ਜਿਵੇਂ ਤੁਹਾਨੂੰ ਚੰਗਾ ਲੱਗੇ ਤੁਸੀਂ ਉਸ ਤਰ੍ਹਾਂ ਹੀ ਰੱਖ ਲਵੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਵੱਡਿਆਂ ਦੇ ਵੱਡੇ ਪਰਮੇਸ਼ਰ ਮੇਰੇ ਮਨ ਵਿੱਚ ਬਸ ਇੱਕ ਆਪ ਦੀ ਆਸ ਹੋਵੇ ਜੀ। ਆਪ ਦੀ ਆਸ ਭਾਵ ਤੁਹਾਡੇ ਗੁਰਸ਼ਬਦ ਗੁਰਬਾਣੀ ਨਾਮ ਦੀ ਆਸ ਹੋਵੇ ਜੀ। ਇਹ ਮੇਰੀ ਤੁਹਾਡੇ ਅੱਗੇ ਬੇਨਤੀ ਅਤੇ ਅਰਦਾਸ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਪਹਿਲੇ ਸਲੋਕ ਅਨੁਸਾਰ ਗੁਰਮੁਖ ਜੋ ਹਨ ਉਹ ਸ਼ੁਭ ਆਚਾਰਵਾਨ ਅਤੇ ਗੁਰਸ਼ਬਦ ਗੁਰਬਾਣੀ ਨਾਮ ਰਸ ਵਿੱਚ ਲੀਨ ਹੁੰਦੇ ਹਨ ਜੀ। ਉਹਨਾਂ ਦੀ ਬੋਲ ਬਾਣੀ ਉੱਤਮ ਹੁੰਦੀ ਹੈ ਜੀ, ਜੋ ਸੁਣਨ ਨਾਲ ਹੀ ਗੁਰਮੁਖ ਚਿਕਿਆਸੂਆਂ ਦਾ ਉਧਾਰ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਰੂਪ ਧਨ ਦੀ ਪ੍ਰਾਪਤੀ ਸਤਿਗੁਰ ਦੇ ਮਿਲ ਪੈਣ 'ਤੇ ਹੀ ਸੰਭਵ ਹੁੰਦੀ ਹੈ ਜੀ। ਦੂਜੇ ਸਲੋਕ ਅਨੁਸਾਰ ਗੁਰੂ ਜੀ ਦੱਸਦੇ ਹਨ ਕਿ ਪਰਮੇਸ਼ਰ ਰੂਪ ਸਤਿਗੁਰ ਬਹੁਤ ਗੰਭੀਰਤਾ ਦਾ ਮਾਲਕ ਸਵਾਮੀ ਹੈ ਜੀ, ਅਤੇ ਉਸਦੇ ਹਿਰਦੇ ਦੀਆਂ ਡੂੰਘਾਈਆਂ ਤੱਕ ਕੋਈ ਨਹੀਂ ਪਹੁੰਚ ਸਕਦਾ ਜੀ। ਉਸ ਦੀਆਂ ਜਾਣਨ ਵਾਲਾ ਕੋਈ ਨਹੀਂ ਹੈ ਜੀ, ਉਹਦਾ ਅੰਤ ਕੋਈ ਨਹੀਂ ਪਾ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਤਿਗੁਰ ਵਿੱਚ ਪੂਰੀ ਨਿਸ਼ਠਾ ਰੱਖਣ ਵਾਲਾ ਮਨਮੁਖਾਂ ਜਾਂ ਧਾਰਮਿਕ ਠੱਗਾਂ ਦੇ ਸੰਪਰਕ ਨੂੰ ਤਿਆਗਦਾ ਹੋਇਆ ਬ੍ਰਹਮ ਵਿਚਾਰ ਪਰਮੇਸ਼ਰ ਵਿਚਾਰ ਰੂਪ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਮਗਨ ਹੋ ਜਾਂਦੇ ਹਨ ਜੀ। ਭਾਵ ਜੋ ਗੁਰਮੁਖ ਹਨ ਉਹ ਮਨਮੁਖਾਂ ਦੇ ਧਾਰਮਿਕ ਠੱਗਾਂ ਕਾਰਨ ਵਿੱਚ ਨਹੀਂ ਪੈਂਦੇ ਜੀ। ਉਸ ਚੀਜ਼ ਨੂੰ ਤਿਆਗ ਕੇ ਸੱਚੇ ਸਤਿਗੁਰ ਰੂਪ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਅਤੇ ਉਹਦੇ ਬ੍ਰਹਮ ਵਿਚਾਰ ਵਿੱਚ ਮਗਨ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਰੂਪ ਗੁਰੂ ਦੇ ਆਸ਼ੇ ਤੋਂ ਬਿਨਾਂ ਕੰਮ ਕਰਨਾ ਦੁਖਦਾਈ ਹੈ ਜੀ। ਭਾਵ ਉਹਦੇ ਭਾਣੇ ਤੋਂ ਬਿਨਾਂ ਕੁਝ ਰਹਿਣਾ ਦੁੱਖਾਂ ਦਾ ਦੁੱਖ ਹੀ ਹੈ ਜੀ। ਪੌੜੀ ਅਨੁਸਾਰ ਗੁਰੂ ਜੀ ਦੱਸਦੇ ਹਨ ਪਰਮੇਸ਼ਰ ਆਪਣੀ ਇੱਛਾ ਅਥਵਾ ਮਰਜ਼ੀ ਹੁਕਮ ਅਨੁਸਾਰ ਜੀਵਾਂ ਨੂੰ ਬਖਸ਼ਦਾ ਹੋਇਆ ਕਰਮ ਜਾਲ ਤੋਂ ਮੁਕਤ ਕਰਦਾ ਹੈ ਜੀ, ਅਤੇ ਜਿਸ ਦਾ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਤਿਗੁਰ ਰੂਪ ਪਰਮੇਸ਼ਰ ਨਾਲ ਮੇਲ ਕਰਾ ਦਿੰਦਾ ਹੈ ਜੀ, ਉਹ ਸਤਿਗੁਰ ਦੀ ਨਿਸ਼ਠਾ ਪੂਰਵਕ ਸੇਵਾ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਭ ਕੁਛ ਪਰਮੇਸ਼ਰ ਦਾ ਹੀ ਹੈ ਜੀ, ਅਤੇ ਉਹੀ ਸਭ ਦਾ ਮਾਲਕ ਰੂਪ ਸਵਾਮੀ ਹੈ ਜੀ। ਭਾਵ ਇਹ ਸਭ ਸ੍ਰਿਸ਼ਟੀ ਅਸੀਂ ਸਭ ਤੁਸੀਂ ਸਭ ਉਸ ਪਰਮੇਸ਼ਰ ਦੇ ਬਣਾਏ ਹੋਏ ਹਨ ਜੀ, ਅਤੇ ਸਭ ਕੁਛ ਉਸ ਦਾ ਹੀ ਕੀਤਾ ਹੋਇਆ ਵਰਤ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਆਓ ਅਸੀਂ ਸਾਰੇ ਮਿਲ ਕੇ ਉਸ ਪਰਮੇਸ਼ਰ ਅੱਗੇ ਅਰਦਾਸ ਕਰੀਏ ਜੀ ਕਿ ਸਾਨੂੰ ਵੀ ਉਸ ਆਪਣੇ ਨਾਲ ਲਗਾ ਲਵੇ ਜੀ।
ਜਿਸ ਤਰ੍ਹਾਂ ਇਸ ਪੌੜੀ ਦੀ ਲਾਈਨ 'ਚ ਪੰਕਤੀ 'ਚ ਗੁਰੂ ਜੀ ਕਹਿੰਦੇ ਹਨ, ਜੋ ਭਾਵੇ ਤਿਉ ਰੱਖ ਤੂੰ ਸੱਚਿਆ, ਨਾਨਕ ਮਨ ਆਸ ਤੇਰੀ ਵੱਡ ਵੱਡੇ। ਜੋ ਭਾਵੇ ਤਿਉ ਰੱਖ ਤੂੰ ਸੱਚਿਆ, ਨਾਨਕ ਮਨ ਆਸ ਤੇਰੀ ਵੱਡ ਵੱਡੇ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।